ਹੈਲੋ ਸਟੂਡੈਂਟਸ, ਅੱਜ ਮੈਂ ਤੁਹਾਡੇ ਨਾਲ ਨਿਓਡੀਅਮ ਯੈਗ ਲੇਜ਼ਰ ਡਿਸਕਸ ਕਰਾਂਗਾ। ਨਿਓਡੀਅਮ ਯੈਗ ਲੇਜ਼ਰ ਵੀ ਸੋਲਿਡ ਸਟੇਟ ਲੇਜ਼ਰ ਆ। ਇਹਦੇ ਵਿੱਚ ਮਟੀਰੀਅਲ ਆਪਾਂ ਯੂਜ਼ ਕਰਦੇ ਆ ਯਟਰੀਅਮ ਐਲੂਮੀਨੀਅਮ ਗਾਰਨੇਟ। ਕੈਮੀਕਲ ਫਾਰਮੂਲਾ ਹੈ Y3Al5O12। ਇਹ ਜਿਹੜਾ ਮਟੀਰੀਅਲ ਹੈ ਯੈਗ, ਇਹ ਟਰਾਂਸਪੇਰੈਂਟ ਤੇ ਕਲਰਲੈਸ ਆ। ਇਸ ਯੈਗ ਦੇ ਵਿੱਚ ਆਪਾਂ ਡੋਪਿੰਗ ਕਰਦੇ ਆ ਨਿਓਡੀਅਮ ਆਇਨਸ ਦੀ। ਡੋਪਿੰਗ ਦਾ ਮਤਲਬ ਕਿ ਅਸੀਂ ਇੰਪਿਓਰਟੀ ਐਡ ਕਰਦੇ ਹਾਂ। ਇਹ ਜਿਹੜੀਆਂ ਨਿਓਡੀਅਮ ਆਇਨਸ ਆਪਾਂ ਇਹਦੇ 'ਚ ਐਡ ਕੀਤੀ ਆ, ਇਹ ਯਟਰੀਅਮ ਆਇਨਸ ਨੂੰ ਰਿਪਲੇਸ ਕਰ ਜਾਂਦੀਆਂ ਨੇ। ਅਤੇ ਇਹ ਵਾਲੀ ਜਿਹੜੀ ਲੇਜ਼ਰ ਹੈ ਉਹ 4 ਲੈਵਲ ਲੇਜ਼ਰ ਬਣਦੀ ਹੈ। ਜਿਸ ਤਰ੍ਹਾਂ ਰੂਬੀ ਲੇਜ਼ਰ ਸੀ 3 ਲੈਵਲ ਲੇਜ਼ਰ, ਇਹ ਹੈ 4 ਲੈਵਲ ਲੇਜ਼ਰ। ਕੰਸਟਰਕਸ਼ਨ ਦੇ ਵਿੱਚ ਮੈਂ ਇਹਦਾ ਡਾਇਗਰਾਮ ਬਣਾਇਆ। ਸਭ ਤੋਂ ਪਹਿਲਾਂ ਐਕਟਿਵ ਮੀਡੀਅਮ। ਐਕਟਿਵ ਮੀਡੀਅਮ ਇਹਦੇ ਵਿੱਚ ਨਿਓਡੀਅਮ ਯੈਗ ਦੀ ਰੋਡ ਹੈ, ਸਿਲੰਡਰੀਕਲ ਸ਼ੇਪ ਦੀ ਰੋਡ ਲਈ ਆਪਾਂ। ਅਤੇ ਇਹ ਜਿਹੜਾ ਐਕਟਿਵ ਮੀਡੀਅਮ ਹੈ, ਇਹ ਰੋਡ 10 ਸੈਂਟੀਮੀਟਰ ਲੈਂਥ ਹੋਵੇ ਅਤੇ ਡਾਇਆਮੀਟਰ ਇਹਦਾ 6 ਤੋਂ 9 ਸੈਂਟੀਮੀਟਰ ਦੇ ਵਿੱਚ ਇਹ ਆਪਾਂ ਰੋਡ ਲੈਂਦੇ ਹਾਂ। ਹੁਣ ਇਸ ਐਕਟਿਵ ਮੀਡੀਅਮ ਦੇ ਵਿੱਚ ਹੀ ਐਕਟਿਵ ਸੈਂਟਰ ਨੇ। ਐਕਟਿਵ ਸੈਂਟਰ ਮਤਲਬ ਉਹ ਵਾਲਾ ਮਟੀਰੀਅਲ ਜਿਹਦੇ ਐਨਰਜੀ ਲੈਵਲਸ ਆਪਾਂ ਯੂਜ਼ ਕਰਦੇ ਹਾਂ ਲੇਜ਼ਰ ਲਾਈਟ ਨੂੰ ਅਚੀਵ ਕਰਨ ਵਾਸਤੇ, ਜਾਂ ਲੇਜ਼ਰ ਲਾਈਟ ਪ੍ਰੋਡਿਊਸ ਕਰਨ ਵਾਸਤੇ ਜਿਹੜੇ ਐਨਰਜੀ ਲੈਵਲਸ ਯੂਜ਼ ਕਰਦੇ ਆ ਜਿਸ ਮਟੀਰੀਅਲ ਦੇ, ਉਹਨੂੰ ਆਪਾਂ ਕਹਿੰਦੇ ਹਾਂ ਐਕਟਿਵ ਸੈਂਟਰ। ਅਤੇ ਇਹਦੇ ਵਿੱਚੋਂ ਐਕਟਿਵ ਸੈਂਟਰ ਕੌਣ ਪ੍ਰੋਵਾਈਡ ਕਰਦਾ? ਨਿਓਡੀਅਮ ਆਇਨਸ। ਸੈਕਿੰਡ ਕੰਪੋਨੈਂਟ ਪੰਪਿੰਗ ਸੋਰਸ। ਸੋ ਪੰਪਿੰਗ ਸੋਰਸ ਇਹਦੇ ਵਿੱਚ ਫਲੈਸ਼ ਟਿਊਬ ਆ। ਇਹ ਉਹੀ ਵਾਲੀ ਵੀ ਲੈ ਸਕਦੇ ਆ ਜਿਹੜੀ ਰੂਬੀ ਵਾਲੀ ਹੈ, ਜ਼ੀਨੋਨ ਫਲੈਸ਼ ਟਿਊਬ। ਫਰਕ ਸਿਰਫ ਇਹਦੇ 'ਚ ਇਹ ਆ ਕਿ ਉਹਦੇ ਵਿੱਚ ਜਿਹੜੀ ਜ਼ੀਨੋਨ ਫਲੈਸ਼ ਟਿਊਬ ਸੀਗੀ ਉਹ ਇਹਦੇ ਆਲੇ ਦੁਆਲੇ ਵਾਈਂਡ ਕੀਤੀ ਹੋਈ ਸੀ, ਹੈਲੀਕਲ ਸ਼ੇਪ ਦੇ ਵਿੱਚ ਸੀ। ਅਤੇ ਇਹ ਇੱਕ ਸਿੰਪਲ ਟਿਊਬ ਉਹਦੇ ਨਾਲ ਰੱਖੀ ਹੋਈ ਹੈ ਐਡਜੈਸੈਂਟ। ਅਤੇ ਇਹਦਾ ਕੰਮ ਹੈਗਾ ਪੰਪਿੰਗ ਪ੍ਰੋਵਾਈਡ ਕਰਦੀ ਹੈ। ਇਹ ਆਪਟੀਕਲ ਪੰਪਿੰਗ ਹੀ ਹੋਏਗੀ ਕਿਉਂਕਿ ਇਹਦੇ ਵਿੱਚੋਂ ਵੀ ਲਾਈਟ ਅਮਿਟ ਕਰੇਗੀ। ਨੈਕਸਟ ਫਿਰ ਹੈ ਆਪਟੀਕਲ ਰੈਜ਼ੋਨੇਟਰ। ਸੋ ਆਪਟੀਕਲ ਰੈਜ਼ੋਨੇਟਰ ਦੇ ਵਿੱਚ ਜਿਹੜਾ ਮੇਰੇ ਕੋਲ ਰੂਬੀ ਦਾ ਨਿਓਡੀਅਮ ਯੈਗ ਦੀ ਜਿਹੜੀ ਰੋਡ ਪਈ ਆ, ਇਸ ਰੋਡ ਦੇ ਬਾਹਰ 2 ਮਿਰਰਸ ਰੱਖਦੇ, ਇੱਕ ਐਂਡ 'ਤੇ M1 ਅਤੇ ਦੂਸਰੇ ਐਂਡ 'ਤੇ M2। ਸੋ ਜਿਹੜੇ ਵੀ ਫੋਟੋਨਸ ਇਹਦੇ ਵਿੱਚ ਪਾਸ ਕਰਨਗੇ ਉਹ ਇਹ ਮਿਰਰਸ ਦੇ ਕਰਕੇ ਰਿਫਲੈਕਟ ਹੁੰਦੇ ਰਹਿਣਗੇ ਅਤੇ ਬਾਰ-ਬਾਰ ਇਸ ਐਕਟਿਵ ਮੀਡੀਅਮ ਦੇ ਵਿੱਚੋਂ ਦੀ ਉਹ ਪਾਸ ਕਰਨਗੇ, ਜਿਹਦੇ ਨਾਲ ਕਿ ਮੈਨੂੰ ਸਟੀਮੂਲੇਟਡ ਐਮਿਸ਼ਨ ਆ ਜਿਹੜਾ ਉਹ ਡੋਮੀਨੇਟ ਕਰੂਗਾ। ਅਤੇ ਇਹ ਜਿਹੜਾ ਅਰੇਂਜਮੈਂਟ ਹੈ ਇਹਨੂੰ ਆਪਾਂ ਕਹਿੰਦੇ ਹਾਂ ਆਪਟੀਕਲ ਰੈਜ਼ੋਨੇਟਰ। ਇਹਦੇ ਵਿੱਚ ਇੱਕ ਚੀਜ਼ ਦਾ ਤੁਸੀਂ ਧਿਆਨ ਰੱਖੋ ਕਿ ਮੈਂ ਇਹਦੇ 'ਚ ਇੱਕ ਐਲਿਪਟੀਕਲ ਸ਼ੇਪ ਦੇ ਵਿੱਚ ਕੈਵਿਟੀ ਲਈ ਹੋਈ ਆ, ਐਲਿਪਟੀਕਲ ਕੈਵਿਟੀ। ਇਹਦਾ ਕੀ ਮਕਸਦ ਆ? ਇਹਦਾ ਇਹ ਮਕਸਦ ਆ ਕਿ ਜਿਹੜੀ ਵੀ ਫਲੈਸ਼ ਟਿਊਬ ਦੇ ਵਿੱਚੋਂ ਲਾਈਟ ਨਿਕਲਦੀ ਆ, ਇਹ ਵੱਧ ਤੋਂ ਵੱਧ ਲਾਈਟ ਇਸ ਰੋਡ ਦੇ ਉੱਤੇ ਪਵੇ। ਇਹ ਨਾ ਹੋਵੇ ਕਿ ਲਾਈਟ ਆ ਜਿਹੜੀ ਉਹਦਾ ਕੁਝ ਪੋਰਸ਼ਨ ਹੀ ਰੋਡ 'ਤੇ ਪਵੇ ਅਤੇ ਬਾਕੀ ਲਾਈਟ ਵੇਸਟ ਹੋ ਜੇ। ਸੋ ਇਹ ਇੱਕ ਗਲਾਸ ਦੀ ਆਪਾਂ ਕੈਵਿਟੀ ਲਈ ਹੋਈ ਹੈ ਅਤੇ ਇਹ ਇਸ ਤਰ੍ਹਾਂ ਦੇ ਨਾਲ ਐਲਿਪਟੀਕਲ ਸ਼ੇਪ ਆ। ਜੇ ਮੈਂ ਉਹਦਾ ਲਿਪਸ ਦਾ ਇੱਕ ਫੇਸ ਦੇਖਾਂ, ਆਹ ਵਾਲਾ ਫੇਸ ਜਿਹੜਾ ਆਹ ਵਾਲਾ ਇਹਦਾ ਸਾਈਡ ਐਂਡ ਆ, ਉਹ ਕਿਸ ਸ਼ੇਪ ਦੇ ਵਿੱਚ ਆ? ਐਲਿਪਸ ਦੀ ਸ਼ੇਪ ਦੇ ਵਿੱਚ। ਸੋ ਉਹਦੇ 2 ਜਿਹੜੇ ਫੋਕਾਈ ਨੇ, ਇੱਕ ਫੋਕਾਈ ਦੇ ਉੱਤੇ ਮੇਰੇ ਕੋਲ ਰੋਡ ਆ ਅਤੇ ਦੂਜੇ ਫੋਕਾਈ ਦੇ ਉੱਤੇ ਹੈਗਾ ਫਲੈਸ਼ ਲੈਂਪ। ਸੋ ਇਹ ਇਸ ਤਰ੍ਹਾਂ ਦੀ ਅਰੇਂਜਮੈਂਟ ਆ ਕਿ ਫਲੈਸ਼ ਲੈਂਪ ਤੋਂ ਜਿਹੜੀ ਵੀ ਲਾਈਟ ਬਾਹਰ ਨਿਕਲਦੀ ਆ, ਉਸ ਐਲਿਪਟੀਕਲ ਜਿਹੜੀ ਹੈ ਗਲਾਸ ਐਨਵੈਲਪ ਆ ਜਿਹੜਾ, ਉਹਦੇ ਤੋਂ ਰਿਫਲੈਕਟ ਹੋ ਕੇ ਫਿਰ ਦੂਜੇ ਇਹਦੇ ਰੋਡ 'ਤੇ ਪਹੁੰਚ ਜਾਂਦੀ ਹੈ। ਤੁਸੀਂ ਦੇਖੋ, ਚਾਹੇ ਇਸ ਤਰ੍ਹਾਂ ਰਿਫਲੈਕਟ ਹੋ ਕੇ ਪਹੁੰਚ ਗਈ, ਜਾਂ ਡਾਇਰੈਕਟ ਪਹੁੰਚ ਗਈ, ਜਾਂ ਇੱਧਰੋਂ ਸਾਈਡ ਤੋਂ ਰਿਫਲੈਕਟ ਹੋ ਕੇ ਪਹੁੰਚ ਗਈ। ਸੋ ਇਸ ਤਰ੍ਹਾਂ ਦੀ ਇਹ ਸ਼ੇਪ ਇਸ ਕਰਕੇ ਆ ਤਾਂ ਕਿ ਮੈਕਸੀਮਮ ਲਾਈਟ ਇਸ ਰੋਡ 'ਤੇ ਪਹੁੰਚ ਸਕੇ ਅਤੇ ਪੰਪਿੰਗ ਮੈਨੂੰ ਮਿਲ ਸਕੇ। ਹੁਣ ਨੈਕਸਟ ਫਿਰ ਹੈ ਵਰਕਿੰਗ। ਵਰਕਿੰਗ ਦੇ ਵਿੱਚ ਇਹ ਕਿਉਂਕਿ 4 ਲੈਵਲ ਲੇਜ਼ਰ ਹੈ ਅਤੇ ਨਿਓਡੀਅਮ ਆਇਨਸ ਐਕਟਿਵ ਸੈਂਟਰ ਨੇ, ਸੋ ਆਪਾਂ ਪੰਪਿੰਗ ਕੀਤੀ ਅਤੇ ਪੰਪਿੰਗ ਦੇ ਨਾਲ ਇਹ E4 ਲੈਵਲ 'ਤੇ ਚਲੇ ਗਏ। E4 ਜਿਹੜਾ ਲੈਵਲ ਆ ਉਹ ਬੈਂਡਸ ਨੇ। ਬੈਂਡਸ ਮਤਲਬ ਇਹਦੇ 'ਚ ਕਾਫੀ ਸਾਰੇ ਲੈਵਲਸ ਨੇ, ਬਹੁਤ ਥੋੜ੍ਹੀ ਵਿਡਥ ਦੇ ਵਿੱਚ ਨੇ।
ਤੇ ਇਹਨਾਂ ਨੂੰ ਆਪਾਂ ਬੈਂਡਸ ਕਿਹਾ। ਤੇ ਇਹਨਾਂ ਦਾ ਲਾਈਫ ਟਾਈਮ ਬਹੁਤ ਘੱਟ ਆ, 10⁻8 ਸੈਕਿੰਡਸ। ਉਹਦੇ ਕਰਕੇ ਫਿਰ ਇਹ ਨੋਨ ਰੇਡੀਏਟਿਵ ਟ੍ਰਾਂਜੀਸ਼ਨ ਦੇ ਨਾਲ ਥੱਲੇ ਆ ਗਏ E3 ਲੈਵਲ 'ਤੇ। E3 ਲੈਵਲ ਕਿਉਂਕਿ ਮੈਟਾਸਟੇਬਲ ਸਟੇਟ ਹੈ, ਸੋ ਇੱਥੇ ਪੋਪੂਲੇਸ਼ਨ ਇਨਵਰਜਨ ਹੋਏਗੀ, ਮਤਲਬ ਇੱਥੇ ਉਹ ਇਕੱਠੇ ਹੋ ਜਾਣਗੇ ਜਿਹੜੇ ਨਿਓਡੀਅਮ ਆਇਨਸ ਨੇ। ਤੇ E2 ਤੇ E3 ਲੈਵਲ ਦੇ ਵਿੱਚ ਮੈਨੂੰ ਲੇਜ਼ਰ ਲਾਈਟ ਮਿਲੂਗੀ। ਤੇ ਇਹ ਜਿਹੜੀ ਲੇਜ਼ਰ ਲਾਈਟ ਹੈ, ਇਹ ਲਾਈਟ ਆਪਾਂ ਨੂੰ 4 ਲੈਵਲ ਲੇਜ਼ਰ ਦੇ ਕਰਕੇ ਇਹ ਲਾਈਟ E2 ਤੇ E3 ਦੇ ਵਿਚਕਾਰ ਮਿਲੂਗੀ। ਤੇ ਜਿਹੜੇ ਇੱਥੇ ਆਇਨਸ ਇਕੱਠੇ ਹੋਣਗੇ E2 ਲੈਵਲ 'ਤੇ, ਉਹ ਫਿਰ ਆਪਣੇ ਆਪ ਸਪੌਂਟੇਨੀਅਸ ਮਿਸ਼ਨ ਦੇ ਨਾਲ ਜਾਂ ਨੋਨ ਰੇਡੀਏਟਿਵ ਟ੍ਰਾਂਜੀਸ਼ਨ ਦੇ ਨਾਲ ਥੱਲੇ ਆ ਜਾਣਗੇ। ਸੋ ਇਹਦੀ ਵਰਕਿੰਗ ਹੈ ਇਹ। ਇਹਦੇ ਵਿੱਚ ਆਪਟੀਕਲ ਰੈਜ਼ੋਨੇਟਰ ਦਾ ਉਹੀ ਕੰਮ ਆ ਕਿ ਜੇ ਕੋਈ ਵੀ ਇੱਕ ਫੋਟੋਨ E3 ਤੋਂ E2 'ਤੇ ਆਇਆ ਸਪੌਂਟੇਨੀਅਸ ਮਿਸ਼ਨ ਦੇ ਨਾਲ, ਉਹ ਫੋਟੋਨ ਬਾਰ-ਬਾਰ ਉਹਦੇ 'ਚ ਪਾਸ ਕਰੂਗਾ, ਜਿਹੜਾ ਆਪਾਂ ਆਹ ਰੈਜ਼ੋਨੇਟਰ ਬਣਾਇਆ ਵਾ। ਅਤੇ ਜਦੋਂ ਇਹ ਬਾਰ-ਬਾਰ ਟੂ ਐਂਡ ਫਰੋ ਪਾਸ ਕਰੂ ਤਾਂ ਇਹ ਸਟੀਮੂਲੇਟ ਕਰੂਗਾ ਜਿਹੜੇ ਦੇ ਨਾਲ ਪਏ ਨੇ ਹੋਰ ਮੈਟਾਸਟੇਬਲ ਸਟੇਟ ਦੇ ਵਿੱਚ ਨਿਓਡੀਅਮ ਆਇਨਸ, ਉਹਨਾਂ ਨੂੰ ਸਟੀਮੂਲੇਟ ਕਰੂਗਾ ਥੱਲੇ ਆਉਣ ਵਾਸਤੇ। ਅਤੇ ਫੋਟੋਨ ਜਿਹੜਾ ਨਿਕਲੂਗਾ ਡੈਟ ਵਿਲ ਬੀ ਸਟੀਮੂਲੇਟਡ ਇਮਿਟਡ ਫੋਟੋਨ। ਸੋ ਇਸ ਤਰੀਕੇ ਦੇ ਨਾਲ ਸਟੀਮੂਲੇਟਡ ਇਮਿਸ਼ਨ ਵਧੂਗੀ ਐਂਡ ਵੀ ਗੈਟ ਲੇਜ਼ਰ ਆਊਟਪੁੱਟ। ਅਤੇ ਇਹੀ ਮੈਂ ਸਾਰਾ ਇਹਦੇ ਵਿੱਚ ਤੁਹਾਨੂੰ ਦੱਸਿਆ, ਕਿਉਂਕਿ 4 ਲੈਵਲ ਲੇਜ਼ਰ ਹੈ, ਇਸ ਕਰਕੇ ਪੰਪਿੰਗ ਪਾਵਰ ਘੱਟ ਯੂਜ਼ ਹੁੰਦੀ ਹੈ, ਕਿਉਂਕਿ ਜਿਹੜਾ E2 ਲੈਵਲ ਉਹ 'ਚ ਪਹਿਲਾਂ ਹੀ ਪਾਪੂਲੇਸ਼ਨ ਘੱਟ ਆ ਗਰਾਊਂਡ ਲੈਵਲ ਦੇ ਮੁਕਾਬਲੇ। ਐਂਡ ਆਊਟਪੁੱਟ ਕਰੈਕਟਰਿਸਟਿਕਸ ਹੈ ਕਿ ਜਿਹੜੀ ਮੈਨੂੰ ਵੇਵਲੈਂਥ ਮਿਲਦੀ ਹੈ 1.06 ਮਾਈਕਰੋਮੀਟਰ ਦੀ ਮਿਲਦੀ ਹੈ, ਜਿਹੜੀ ਕਿ ਨੀਅਰ ਇਨਫਰਾਰੈਡ ਰੀਜਨ ਦੇ ਵਿੱਚ ਹੈ। ਅਤੇ ਆਪਾਂ ਇਸ ਲੇਜ਼ਰ ਨੂੰ ਕੰਟੀਨਿਊਸ ਮੋਡ 'ਚ ਵੀ ਯੂਜ਼ ਕਰ ਸਕਦੇ ਹਾਂ ਅਤੇ ਪਲਸ ਮੋਡ ਦੇ ਵਿੱਚ ਵੀ ਯੂਜ਼ ਕਰ ਸਕਦੇ ਹਾਂ। ਜਿਸ ਤਰ੍ਹਾਂ ਕਿ ਹੁਣ ਰੂਬੀ ਲੇਜ਼ਰ ਤਾਂ ਆਪਾਂ ਇਕੱਲੀ ਪਲਸ ਮੋਡ 'ਚ ਯੂਜ਼ ਕਰਦੇ ਸੀਗੇ। ਉਹ ਇਸ ਕਰਕੇ ਕਰਦੇ ਸੀ ਕਿਉਂਕਿ ਪੰਪਿੰਗ ਪਾਵਰ ਬਹੁਤ ਜ਼ਿਆਦਾ ਚਾਹੀਦੀ ਸੀ, ਇਸ ਕਰਕੇ ਆਪਾਂ ਫਲੈਸ਼ ਦਿੰਦੇ ਸੀਗੇ, ਇੱਕ ਫਲੈਸ਼ ਦੇਤੀ ਫਿਰ ਦੂਜੀ ਫਲੈਸ਼ ਦੇਤੀ। ਪਰ ਇਹਦੇ ਵਿੱਚ ਆਪਾਂ ਲਗਾਤਾਰ ਵੀ ਲਾਈਟ ਦੇ ਸਕਦੇ ਹਾਂ। ਪੰਪਿੰਗ ਵਾਲੀ ਲਾਈਟ ਹੈ ਜਿਹੜੀ ਜ਼ੀਨੋਨ ਫਲੈਸ਼ ਲੈਂਪ ਵਾਲੀ, ਉਹ ਲਗਾਤਾਰ ਦੇ ਸਕਦੇ ਹਾਂ ਕਿਉਂਕਿ ਉਨੀ ਜ਼ਿਆਦਾ ਹੀਟ ਨਹੀਂ ਪ੍ਰੋਡਿਊਸ ਹੁੰਦੀ, ਨਾ ਹੀ ਉਨੀ ਪਾਵਰ ਚਾਹੀਦੀ ਹੈ। ਸੋ ਆਪਾਂ ਲਗਾਤਾਰ ਵੀ ਲਾਈਟ ਇਹਦੇ 'ਚ ਲੈ ਸਕਦੇ ਹਾਂ ਕੰਟੀਨਿਊਸ ਵੇਵ ਮੋਡ 'ਚ। ਅਤੇ ਆਊਟਪੁੱਟ ਪਾਵਰ ਆਪਾਂ 200 ਵਾਟ ਤੱਕ ਲੈ ਸਕਦੇ ਹਾਂ ਇਸ ਨਿਓਡੀਅਮ ਯੈਗ ਲੇਜ਼ਰ ਦੇ ਵਿੱਚ। So this was all about neodymium YAG laser. Thank you all of you.